Students, today we are going to start chapter number 2 of science class 8th. So let's get started. Chapter number 2 microorganisms, friends and foe. ਇਹਦੇ ਵਿੱਚ ਸਭ ਤੋਂ ਸਟਾਰਟਿੰਗ ਤੋਂ ਸਟਾਰਟ ਕਰਾਂਗੇ। ਮਾਈਕਰੋ ਆਰਗੇਨਿਜ਼ਮ ਦੱਸਿਆ ਹੋਇਆ ਇਹਨਾਂ ਨੇ, ਮਾਈਕਰੋ ਆਰਗੇਨਿਜ਼ਮ ਬਾਰੇ ਪੜਾਂਗੇ। ਮਾਈਕਰੋ ਆਰਗੇਨਿਜ਼ਮਸ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਉਹ ਸਾਰਾ ਕੁਝ ਡਿਸਕਸ ਕਰਾਂਗੇ ਇਹਦੇ ਵਿੱਚ। ਹੁਣ ਇਹਦੇ ਸਭ ਤੋਂ ਪਹਿਲਾਂ ਇਹਨਾਂ ਨੇ ਦੱਸਿਆ ਇੰਟਰੋਡਕਸ਼ਨ। You have seen several kind of plants and animals. You have seen several kinds of plants and animals. However, there are other living organisms around us which are normally cannot seen. यानी क्या कि ਤੁਸੀਂ ਪਲਾਂਟਸ ਤੇ ਐਨੀਮਲ ਬਾਰੇ ਆਪਣੇ ਆਲੇ ਦੁਆਲੇ ਦੇਖਿਆ ਹੀ ਹੋਇਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਆਰਗੇਨਿਜ਼ਮਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਨਾਰਮਲੀ ਆਪਣੀ ਨੇਕਡ ਆਈ ਦੇ ਨਾਲ ਨਹੀਂ ਦੇਖ ਸਕਦੇ। ਫਿਰ ਇਹਨਾਂ ਆਰਗੇਨਿਜ਼ਮਸ ਨੂੰ ਅਸੀਂ ਨਾਮ ਦਿੱਤਾ ਮਾਈਕਰੋ ਆਰਗੇਨਿਜ਼ਮਸ ਔਰ ਮਾਈਕਰੋਬਸ। ਕਲੀਅਰ ਹੈ? ਜਿਨ੍ਹਾਂ ਨੂੰ ਆਪਾਂ ਨੇਕਡ ਆਈ ਦੇ ਨਾਲ ਨਹੀਂ ਦੇਖ ਸਕਦੇ। ਮਾਈਕਰੋ ਮੀਨਸ ਵੈਰੀ ਸਮਾਲ, ਬਹੁਤ ਛੋਟੇ ਛੋਟੇ ਆਰਗੇਨਿਜ਼ਮਸ ਹੁੰਦੇ ਆ, ਮਾਈਕਰੋਬਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਸਪੈਸ਼ਲੀ ਇੱਕ ਟੂਲ ਦੇ ਨਾਲ ਦੇਖਦੇ ਹਾਂ ਜਿਹਦਾ ਨਾਮ ਹੈ ਮਾਈਕਰੋਸਕੋਪ। ਮਾਈਕਰੋਸਕੋਪ ਦੇ ਨਾਲ ਦਿਖਦੇ ਆ, ਵੈਸੇ ਇਹ ਨੇਕਡ ਆਈ ਦੇ ਨਾਲ ਨਹੀਂ ਵਿਜ਼ੀਬਲ ਹੁੰਦੇ। ਫੋਰ ਐਗਜ਼ਾਮਪਲ ਯੂ ਮਾਈਟ ਹੈਵ ਓਬਜ਼ਰਵ ਦੈਟ, ਹੁਣ ਇਹਨਾਂ ਨੇ ਕਿਹਾ ਕਿ ਯੂ ਮਾਈਟ ਹੈਵ ਓਬਜ਼ਰਵ ਦੈਟ ਰੇਨਿੰਗ ਸੀਜ਼ਨ ਮੋਇਸਟ ਬ੍ਰੈਡ ਗੈਟਸ ਸਪੋਇਲਡ। ਰੇਨੀ ਸੀਜ਼ਨ ਦੇ ਵਿੱਚ ਜਦੋਂ ਮੌਸਮ ਹਿਊਮਸ ਜੇ ਵਾਲਾ ਹੁੰਦਾ ਉਸ ਦੌਰਾਨ ਜਿਹੜੀਆਂ ਰੋਟੀਆਂ ਪਈਆਂ ਹੋਣ ਜਾਂ ਬ੍ਰੈਡ ਪਈ ਹੋਵੇ ਥੋੜ੍ਹੀ ਜਿਹੀ ਗਿੱਲੀਆਂ ਹੋਣ ਤਾਂ ਉਹ ਕੀ ਹੋ ਜਾਂਦੀਆਂ, ਆਪਣੇ ਆਪ ਉਹਨਾਂ 'ਤੇ ਇੱਕ ਸਰਫੇਸ 'ਤੇ ਕਵਰਿੰਗ ਜੀ ਬਣ ਜਾਂਦੀ ਹੈ, ਗ੍ਰੇਇਸ਼ ਵਾਈਟ ਜੇ ਪੈਚਿਸ ਬਣ ਜਾਂਦੇ ਆ, ਕਵਰਡ ਵਿਦ ਗ੍ਰੇਇਸ਼ ਵਾਈਟ ਪੈਚਿਸ। ਓਬਜ਼ਰਵ ਦੀਜ਼ ਪੈਚਿਸ। ਫਿਰ ਇਹਨਾਂ ਕਿਹਾ ਕਿ ਉਹ ਜਿਹੜੇ ਪੈਚ ਜੇ ਬਣ ਜਾਂਦੇ ਆ, ਰੋਟੀ ਪਈ ਹੋਵੇ ਥੋੜ੍ਹੀ ਸਿੱਲੀ ਜੀ ਹੋਵੇ ਉਹਦੇ 'ਤੇ ਆਪਣੇ ਆਪ ਪੈਚ ਜੇ ਬਣ ਜਾਂਦੇ ਆ, ਗ੍ਰੀਨ ਕਲਰ ਦੇ ਹੁੰਦੇ ਆ, ਵਾਈਟ ਕਲਰ ਦੇ ਹੁੰਦੇ ਆ, ਬਰਾਊਨ ਕਲਰ ਦੇ ਹੁੰਦੇ ਆ, ਡਾਰਕ ਜੇ ਕਲਰ ਦੇ, ਥਰੂ ਅ ਮੈਗਨੀਫਾਈਂਗ ਗਲਾਸ। ਫਿਰ ਇਹਨਾਂ ਨੂੰ ਜਦੋਂ ਆਪਾਂ ਮੈਗਨੀਫਾਈਂਗ ਗਲਾਸ ਦੇ ਨਾਲ ਓਬਜ਼ਰਵ ਕਰਾਂਗੇ ਵਟ ਵੀ ਕੈਨ ਸੀ, ਵੀ ਵਿਲ ਸੀ ਟਾਈਨੀ ਮੀਨ ਬਹੁਤ ਛੋਟੇ ਛੋਟੇ, ਬਲੈਕ ਰਾਊਂਡਿਡ ਸਟਰਕਚਰ, ਬਲੈਕ ਰਾਊਂਡਿਡ ਜਿਹੀਆਂ ਸਟਰਕਚਰ ਸਾਨੂੰ ਦਿਖਦੇ ਜਦੋਂ ਆਪਾਂ ਮੈਗਨੀਫਾਈਂਗ ਗਲਾਸ ਦੇ ਨਾਲ ਦੇਖਦੇ ਹਾਂ। ਹੁਣ ਇਹਨਾਂ ਨੇ ਕਿਹਾ ਕਿ ਡੂ ਯੂ ਨੋ ਵਟ ਦੀ ਸਟਰਕਚਰਸ ਆਰ, ਵੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸਟਰਕਚਰਸ ਦਿਖਦੀਆਂ, ਜਿਹੜੀ ਬ੍ਰੈਡ ਹੁੰਦੀ ਆ ਉਹ ਸਟਰਕਚਰਸ ਕੀ ਨੇ, ਐਂਡ ਵੇਅਰ ਡੂਜ਼ ਦੀਜ਼ ਕਮ ਫਰਮ, ਅਤੇ ਕਿੱਥੋਂ ਆਉਂਦੇ ਨੇ। ਇਹੀ ਚੀਜ਼ ਅਸੀਂ ਇਸ ਚੈਪਟਰ ਦੇ ਵਿੱਚ ਸਿੱਖਣੀ ਹੈ ਵੀ ਕੀ ਹੁੰਦੇ ਆ ਉਹ, ਉਹਨਾਂ ਨੂੰ ਆਪਾਂ ਕੀ ਟਰਮ ਯੂਜ਼ ਕਰਦੇ ਹਾਂ, ਕਿ ਕਿਸ ਫੋਰਮ ਦੇ ਵਿੱਚ ਉਹਨਾਂ ਨੂੰ ਕੈਟਾਗਰਾਈਜ਼ ਕਰਦੇ ਹਾਂ। ਇਹ ਸਾਰਾ ਕੁਝ ਇਸ ਚੈਪਟਰ ਦੇ ਵਿੱਚ ਆਪਾਂ ਰੀਡ ਕਰਾਂਗੇ। ਹੁਣ ਇੱਥੋਂ ਸਟਾਰਟ ਹੁੰਦਾ ਮੇਨ ਆਪਣਾ ਮਾਈਕਰੋ ਆਰਗੇਨਿਜ਼ਮਸ। ਮਾਈਕਰੋ ਆਰਗੇਨਿਜ਼ਮ ਦੇ ਵਿੱਚ ਇਹਨਾਂ ਨੇ ਐਕਟੀਵਿਟੀ 2.1 ਅਤੇ 2.2 ਦਿੱਤੀ ਹੈ। ਇਹਨਾਂ ਨੇ ਕਿਹਾ ਕਿ ਕਲੈਕਟ ਸਮ ਮੋਇਸਟ ਸੋਇਲ ਫਰੋਮ ਦੀ ਫੀਲਡ ਤੋਂ ਜਾਂ ਖੇਤਾਂ 'ਚੋਂ ਕਿਤੋਂ ਵੀ ਮੋਇਸਟ ਸੋਇਲ, ਮੋਇਸਟ ਮੀਨਸ ਗਿੱਲੀ ਸੋਇਲ ਇਕੱਠੀ ਕਰਨੀ ਆ, ਬੀਕਰ ਦੇ ਵਿੱਚ ਪਾਣੀ ਆ, ਪਾਣੀ ਪਾਣਾ ਉਹਦੇ ਵਿੱਚ, ਐਡ ਵਾਟਰ ਟੂ ਇਟ। ਆਫਟਰ ਦੀ ਸੋਇਲ ਪਾਰਟੀਕਲ ਹੈਵ ਸੈਟਲ ਡਾਊਨ, ਜਿਹੜੇ ਸੋਇਲ ਦੇ ਪਾਰਟੀਕਲ ਆ ਜਦੋਂ ਸੈਟਲ ਡਾਊਨ ਹੋ ਜਾਣਗੇ ਨੀਚੇ, ਓਬਜ਼ਰਵ ਅ ਡ੍ਰੌਪ ਆਫ ਵਾਟਰ ਫਰੋਮ ਦੀ ਬੀਕਰ। ਫਿਰ ਜਿਹੜਾ ਪਾਣੀ ਉੱਪਰ ਵਾਲਾ ਬਚ ਗਿਆ, ਮਿੱਟੀ ਤਾਂ ਸਾਰੀ ਨੀਚੇ ਬੈਠ ਗਈ, ਜਿਹੜਾ ਪਾਣੀ ਉੱਪਰ ਬਚ ਗਿਆ ਉਹਦੇ 'ਚੋਂ ਥੋੜ੍ਹੀ ਜਿਹੀ ਡ੍ਰੌਪ ਇਹਨਾਂ ਨੇ ਕਿਹਾ ਕਿ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖਾਂਗੇ, ਸਲਾਈਡ ਦੇ ਉੱਤੇ ਪਾਵਾਂਗੇ। ਸਲਾਈਡ ਇੱਕ ਕੱਚ ਦੀ ਛੜ ਜਿਹੀ ਹੁੰਦੀ ਹੈ, ਉਹਦੇ ਉੱਤੇ ਅਸੀਂ ਪਾਣੀ ਦੀ ਡ੍ਰੌਪ ਪਾ ਕੇ ਉਹਨੂੰ ਮਾਈਕਰੋਸਕੋਪ ਦੇ ਨੀਚੇ ਦੇਖਾਂਗੇ। ਫਿਰ ਸਾਨੂੰ ਇਹਨਾਂ ਨੇ ਕੁਝ ਕੁਐਸਚਨ ਪੁੱਛਿਆ ਕਿ ਵਟ ਡੂ ਯੂ ਸੀ, ਤੁਸੀਂ ਕੀ ਦੇਖੋਗੇ। ਸੈਕਿੰਡ ਐਕਟੀਵਿਟੀ ਹੈ ਕਿ ਟੇਕ ਅ ਫਿਊ ਡ੍ਰੌਪਸ ਆਫ ਵਾਟਰ ਫਰੋਮ ਅ ਪੌਂਡ ਤੋਂ ਆਪਾਂ ਵਾਟਰ ਕਲੈਕਟ ਕਰਾਂਗੇ, ਉਹਨੂੰ ਗਲਾਸ ਸਲਾਈਡ 'ਤੇ ਰੱਖਾਂਗੇ, ਐਂਡ ਓਬਜ਼ਰਵ ਥਰੂ ਅ ਮਾਈਕਰੋਸਕੋਪ ਦੇ ਥਰੂ ਦੇਖਾਂਗੇ। ਡੂ ਯੂ ਫਾਈਂਡ ਟਾਈਨੀ ਆਰਗੇਨਿਜ਼ਮਸ ਅਰਾਊਂਡ ਮੂਵਿੰਗ ਅਰਾਊਂਡ। ਫਿਰ ਤੁਸੀਂ ਜਦੋਂ ਸਲਾਈਡ ਦੇ ਅੰਦਰ ਦੇਖੋਗੇ, ਮਾਈਕਰੋਸਕੋਪ ਦੇ ਥਰੂ ਦੇਖੋਗੇ ਤਾਂ ਤੁਹਾਨੂੰ ਛੋਟੇ ਛੋਟੇ ਟਾਈਨੀ ਪਾਰਟੀਕਲਸ, ਟਾਈਨੀ ਆਰਗੇਨਿਜ਼ਮਸ ਦਿਖਣਗੇ ਜਿਹੜੇ ਆਲੇ ਦੁਆਲੇ ਮੂਵ ਕਰਦੇ ਆ। ਥੀਜ਼ ਓਬਜ਼ਰਵੇਸ਼ਨ ਸ਼ੋ ਦੈਟ ਵਾਟਰ ਐਂਡ ਸੋਇਲ। ਇਹ ਓਬਜ਼ਰਵੇਸ਼ਨ ਤੋਂ ਕੀ ਪਤਾ ਲੱਗਿਆ, ਪਹਿਲਾਂ ਆਪਾਂ ਸੈਂਪਲ ਸੋਇਲ ਦਾ ਕਲੈਕਟ ਕੀਤਾ ਸੀ, ਦੂਸਰਾ ਸੈਂਪਲ ਪੌਂਡ ਵਾਟਰ ਦਾ ਕਲੈਕਟ ਕੀਤਾ ਸੀ। ਹੁਣ ਇਹਨਾਂ ਨੇ ਕਿਹਾ ਕਿ ਇਹਨਾਂ ਓਬਜ਼ਰਵੇਸ਼ਨ ਤੋਂ ਸਾਨੂੰ ਕੀ ਪਤਾ ਲੱਗਿਆ ਕਿ ਵਾਟਰ ਅਤੇ ਸੋਇਲ ਆਰ ਫੁੱਲ ਆਫ ਟਾਈਨੀ ਆਰਗੇਨਿਜ਼ਮ। ਜਿਹੜੇ ਵਾਟਰ ਅਤੇ ਸੋਇਲ ਆ ਇਹਨਾਂ ਵਿੱਚ ਬਹੁਤ ਸਾਰੇ ਛੋਟੇ ਛੋਟੇ ਆਰਗੇਨਿਜ਼ਮਸ ਹੁੰਦੇ ਨੇ। ਥੀਜ਼ ਮਾਈਕਰੋ ਆਰਗੇਨਿਜ਼ਮਸ ਔਰ ਮਾਈਕਰੋਬ ਆਰ ਸੋ ਸਮਾਲ। ਜਿਹੜੇ ਮਾਈਕਰੋ ਆਰਗੇਨਿਜ਼ਮ ਦਿਖਦੇ ਆ ਸਾਨੂੰ ਮਾਈਕਰੋਸਕੋਪ ਦੇ ਨੀਚੇ, ਇੰਨੇ ਛੋਟੇ ਹੁੰਦੇ ਆ ਕਿ ਇਹਨਾਂ ਨੂੰ ਆਪਾਂ ਨੇਕਡ ਆਈ ਦੇ ਨਾਲ ਜਾਂ ਅਨਏਡਿਡ ਆਈ ਦੇ ਨਾਲ ਨਹੀਂ ਦੇਖ ਸਕਦੇ। ਸਮ ਆਫ ਦੀਜ਼ ਸਚ ਐਜ਼ ਫੰਗਸ ਦੈਟ ਗਰੋ ਔਨ ਬ੍ਰੈਡ ਕੈਨ ਬੀ ਸੀਨ ਵਿਦ ਅ ਮੈਗਨੀਫਾਈਂਗ ਗਲਾਸ। ਇਹਨਾਂ ਵਿੱਚੋਂ ਕਹਿੰਦੇ ਜਿਹੜੀ ਫੰਗਸ ਹੁੰਦੀ ਆ ਜਿੱਦਾਂ ਬ੍ਰੈਡ 'ਤੇ ਦਿਖ ਜਾਂਦੀ ਹੈ, ਸਾਨੂੰ ਕਾਈ ਜੀ ਸਟਰਕਚਰ ਦਿਖ ਜਾਂਦੀ ਆ ਉਹਦੇ 'ਤੇ, ਉੱਲੀ ਵਰਗੀ ਸਟਰਕਚਰ ਜਿਹੜੀ ਹੁੰਦੀ ਆ, ਗ੍ਰੇਇਸ਼ ਜਿਹਾ ਵਾਈਟ ਜਿਹਾ ਕਲਰ ਹੋ ਜਾਂਦਾ, ਉਹ ਸਾਨੂੰ ਦਿਖ ਜਾਂਦਾ, ਉਹਨੂੰ ਅਸੀਂ ਮੈਗਨੀਫਾਈਂਗ ਗਲਾਸ ਦੇ ਨਾਲ ਉਹਦੀ ਰਾਊਂਡ ਜੀ ਸਟਰਕਚਰ ਦੇਖ ਸਕਦੇ ਹਾਂ। ਅਦਰ ਕੈਨ ਨੋਟ ਬੀ ਸੀਨ ਵਿਦਾਊਟ ਦੀ ਹੈਲਪ ਆਫ
ਮਾਈਕਰੋਸਕੋਪ ਕਹਿੰਦੇ ਜਿਹੜੇ ਬਾਕੀ ਵਾਲੇ ਨੇ ਉਹਨਾਂ ਨੂੰ ਆਪਾਂ ਮਾਈਕਰੋਸਕੋਪ ਤੋਂ ਬਿਨਾਂ ਨਹੀਂ ਦੇਖ ਸਕਦੇ। ਦੈਟ ਇਜ਼ ਵਾਈ ਦੀਜ਼ ਆਰ ਕਾਲਡ ਮਾਈਕਰੋ ਆਰਗੈਨਿਜ਼ਮਸ ਔਰ ਮਾਈਕਰੋਬਸ। ਇਸ ਕਰਕੇ ਇਹਨਾਂ ਦੇ ਲਈ ਟਰਮ ਯੂਜ਼ ਕਰਦੇ ਹਾਂ ਮਾਈਕਰੋਬ ਔਰ ਮਾਈਕਰੋ ਆਰਗੈਨਿਜ਼ਮਸ। ਕਲੀਅਰ ਹੈ। ਹੁਣ ਮਾਈਕਰੋ ਆਰਗੈਨਿਜ਼ਮਸ ਕੀ ਹੈ? ਟਾਈਨੀ ਆਰਗੈਨਿਜ਼ਮ ਵਿਚ ਕੈਨ ਨੋਟ ਬੀ ਸੀਨ ਵਿਦ ਨੇਕਡ ਆਈ। ਠੀਕ ਹੈ। ਫਿਰ ਇਹਨਾਂ ਨੂੰ ਕਿੱਦਾਂ ਦੇਖ ਸਕਦੇ ਹਾਂ? ਮਾਈਕਰੋਸਕੋਪ ਦੀ ਹੈਲਪ ਦੇ ਨਾਲ ਦੇਖ ਸਕਦੇ ਹਾਂ। ਉਸ ਤੋਂ ਬਾਅਦ ਇਹਨਾਂ ਨੂੰ ਕਲਾਸੀਫਾਈ ਕੀਤਾ ਹੋਇਆ ਮਾਈਕਰੋ ਆਰਗੈਨਿਜ਼ਮਸ ਆਰ ਕਲਾਸੀਫਾਈਡ ਇਨਟੂ 4 ਮੇਜਰ ਗਰੁੱਪਸ। ਕਿੰਨੇ ਗਰੁੱਪਸ ਦੇ ਵਿੱਚ? 4 ਗਰੁੱਪਸ। 4 ਗਰੁੱਪਸ ਦੇ ਵਿੱਚ ਇਹਨਾਂ ਨੇ ਕੈਟਾਗਰਾਈਜ਼ ਕੀਤਾ ਹੋਇਆ। ਕਿਹੜੇ ਕਿਹੜੇ ਨੇ? ਬੈਕਟੀਰੀਆ, ਫੰਗੀ, ਪ੍ਰੋਟੋਜ਼ੋਆ, ਐਲਗੀ। ਇਹ 4 ਨਾਮ ਯਾਦ ਕਰਨੇ ਤੁਸੀਂ। ਬੈਕਟੀਰੀਆ, ਫੰਗੀ, ਪ੍ਰੋਟੋਜ਼ੋਆ, ਐਲਗੀ। ਇਹਨਾਂ ਦੇ ਵਿੱਚ ਇਹਨਾਂ ਨੂੰ 4 ਗਰੁੱਪ ਦੇ ਵਿੱਚ ਕਲਾਸੀਫਾਈ ਕੀਤਾ ਹੋਇਆ ਮਾਈਕਰੋ ਆਰਗੈਨਿਜ਼ਮਸ ਨੂੰ। ਸਮ ਆਫ ਥੀਸ ਕਾਮਨ ਮਾਈਕਰੋ ਆਰਗੈਨਿਜ਼ਮਸ ਆਰ ਸ਼ੋਨ ਇਨ ਫਿਗਰ 2.1 ਐਂਡ 2.2। ਫਿਗਰ ਦਿੱਤੀ ਹੋਈ ਹੈ ਅਗਲੇ ਪੇਜ 'ਤੇ, ਉਹ ਆਪਾਂ ਦੇਖਾਂਗੇ। 2.1 ਅਤੇ 2.2 ਦੇ ਵਿੱਚ ਇਹਨਾਂ ਨੇ ਕੁਛ ਦਿੱਤੀਆਂ ਹੋਇਆ। ਬੈਕਟੀਰੀਆ ਦੀ ਡਾਇਗਰਾਮ, ਫੰਜਾਈ, ਪ੍ਰੋਟੋਜ਼ੋਆ, ਐਲਗੀ, ਕੁਛ ਦੀ ਡਾਇਗਰਾਮ ਦਿੱਤੀ ਹੋਈ ਹੈ। ਇਸ ਤੋਂ ਬਾਅਦ ਇੱਕ ਹੋਰ ਕੈਟਾਗਰੀ ਆਉਂਦੀ ਹੈ ਵਾਇਰਸਿਸ ਦੀ। ਵਾਇਰਸਿਸ ਦੀ ਆਉਂਦੀ ਹੈ। ਇਹਦੇ ਵਿੱਚ ਕੀ ਹੈ? ਹੁਣ ਵਾਇਰਸ ਨਾਮ ਤਾਂ ਤੁਸੀਂ ਸਭ ਨੇ ਸੁਣਿਆ ਹੀ ਹੋਇਆ। ਕਹਿੰਦੇ ਕਿ ਵਾਇਰਸਿਸ ਆਰ ਮਾਈਕਰੋਸਕੋਪਿਕ ਬਟ ਆਰ ਡਿਫਰੈਂਟ ਫਰੋਮ ਅਦਰ ਮਾਈਕਰੋ ਆਰਗੈਨਿਜ਼ਮ। ਹੋਰ ਮਾਈਕਰੋ ਆਰਗੈਨਿਜ਼ਮ ਜਿਹੜੇ ਹੈ ਉਹਨਾਂ ਤੋਂ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ ਆ। ਹੁਣ ਡਿਫਰੈਂਟ ਕਿਉਂ ਹੁੰਦੇ ਆ? ਇਹਨਾਂ ਨੇ ਕਿਹਾ ਕਿ ਹਾਊਵਰ ਰੀਪਰੋਡਿਊਸ ਓਨਲੀ ਇਨਸਾਈਡ ਦੀ ਸੈੱਲ ਆਫ ਦੀ ਹੋਸਟ ਆਰਗੈਨਿਜ਼ਮ। ਜਿਹੜਾ ਹੋਸਟ ਆਰਗੈਨਿਜ਼ਮ ਹੁੰਦਾ ਉਹਦੇ ਇਨਸਾਈਡ ਹੀ ਰੀਪਰੋਡਿਊਸ ਕਰ ਸਕਦੇ। ਜੇ ਬਾਹਰ ਪਏ ਆ, ਮੰਨ ਲਓ ਕਿਸੇ ਹੋਸਟ ਦੇ ਅੰਦਰ ਨਹੀਂ ਨੇ, ਬਾਹਰ ਵੈਸੇ ਹੀ ਪਏ ਆ, ਅਤੇ ਨੋਨ ਲਿਵਿੰਗ ਦੀ ਤਰ੍ਹਾਂ ਐਕਟ ਕਰਦੇ ਆ। ਇਹ ਰੀਪਰੋਡਿਊਸ ਨਹੀਂ ਕਰ ਸਕਦੇ ਆਪਣੇ ਆਪ। ਜਿੱਦਾਂ ਹੀ ਕਿਸੇ ਹੋਸਟ ਦੇ ਕੰਟੈਕਟ ਦੇ ਵਿੱਚ ਆਏ ਜਾਂ ਲਿਵਿੰਗ ਆਰਗੈਨਿਜ਼ਮ ਦੇ ਕੰਟੈਕਟ ਦੇ ਵਿੱਚ ਆਏ ਤਾਂ ਇਹ ਐਕਟਿਵ ਹੋ ਜਾਂਦੇ ਆ ਅਤੇ ਇਹ ਆਪਣਾ ਰੀਪਰੋਡਕਸ਼ਨ ਜਿਹੜਾ ਸਿਸਟਮ ਹੈ, ਰੈਪਲੀਕੇਸ਼ਨ ਵਾਲਾ ਸਿਸਟਮ ਹੈ, ਉਹਨੂੰ ਐਕਟੀਵੇਟ ਕਰ ਦਿੰਦੇ ਅਤੇ ਆਪਣੀਆਂ ਹੋਰ ਕਾਪੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ। ਇਸ ਕਰਕੇ ਦੂਸਰੇ ਮਾਈਕਰੋ ਆਰਗੈਨਿਜ਼ਮ ਨਾਲੋਂ ਡਿਫਰੈਂਟ ਨੇ। ਸਮ ਆਫ ਵਾਇਰਸਿਸ ਆਰ ਸ਼ੋਨ ਇਨ ਫਿਗਰ 2.5। ਅਗਲੀ ਜਿਹੜੀ ਫਿਗਰ ਦੇਖਾਂਗੇ ਉਹਦੇ ਵਿੱਚ ਵਾਇਰਸਿਸ ਦੀ ਡਾਇਗਰਾਮ ਦਿੱਤੀ ਹੋਈ ਆ। ਕਾਮਨ ਏਲਮੈਂਟਸ ਲਾਈਕ, ਹੁਣ ਕਾਮਨ ਏਲਮੈਂਟਸ ਦਿੱਤੀਆਂ ਨੇ ਜਿਵੇਂ ਕੋਲਡ ਹੋ ਗਿਆ, ਇਨਫਲੂਐਂਜਾ ਹੋ ਗਿਆ, ਐਂਡ ਮੋਸਟ ਕਾਫ ਆਰ ਕੋਜ਼ਡ ਬਾਈ ਵਾਇਰਸਿਸ। ਤੁਸੀਂ ਇਹ ਯਾਦ ਰੱਖਣਾ ਵੀ ਵਾਇਰਸ ਤੋਂ ਕਿਹੜੀਆਂ ਕਿਹੜੀਆਂ ਡਿਜ਼ੀਜ਼ਜ਼ ਹੁੰਦੀਆਂ। ਏਲਮੈਂਟਸ ਦੱਸੀਆਂ ਇਹਨਾਂ ਨੇ ਕੋਲਡ, ਇਨਫਲੂਐਂਜਾ, ਕਫ, ਇਹ ਵਾਇਰਸ ਤੋਂ ਹੁੰਦੀਆਂ। ਜਿਹੜੀਆਂ ਸੀਰੀਅਸ ਡਿਜ਼ੀਜ਼ਜ਼ ਆ ਲਾਈਕ ਪੋਲੀਓ ਹੋ ਗਿਆ, ਚਿਕਨ ਪੌਕਸ ਹੋ ਗਿਆ, ਇਹ ਵੀ ਵਾਇਰਸ ਦੇ ਦੁਆਰਾ ਹੁੰਦੀਆਂ। ਪੋਲੀਓ, ਚਿਕਨ ਪੌਕਸ ਜੇ ਪੇਪਰ 'ਚ ਆ ਜਾਂਦਾ ਹੈ ਵੀ ਕੋਲਡ, ਇਨਫਲੂਐਂਜਾ, ਕਫ, ਪੋਲੀਓ, ਚਿਕਨ ਕਿਹਦੇ ਥਰੂ ਹੁੰਦੀਆਂ ਨੇ, ਕਿਹੜੇ ਮਾਈਕਰੋ ਆਰਗੈਨਿਜ਼ਮ ਦੇ ਥਰੂ ਹੁੰਦੀਆਂ, ਤੁਸੀਂ ਕੀ ਲਿਖੋਗੇ? ਵਾਇਰਸਿਸ ਦੇ ਥਰੂ ਹੁੰਦੀਆਂ। ਫਿਰ ਇਸ ਤੋਂ ਬਾਅਦ ਅਗਲੀ ਦੱਸਿਆ ਇਹਨਾਂ ਨੇ ਡਿਸੈਂਟਰੀ, ਮਲੇਰੀਆ, ਇਹ ਪ੍ਰੋਟੋਜ਼ੋਆ ਦੁਆਰਾ ਹੁੰਦੀ ਹੈ। ਆਪਾਂ ਹੁਣੀ ਕਲਾਸੀਫਿਕੇਸ਼ਨ ਕੀਤੀ ਹੈ ਨਾ ਮਾਈਕਰੋ ਆਰਗੈਨਿਜ਼ਮ ਦੇ 4 ਕਲਾਸੀਫਿਕੇਸ਼ਨ, 4 ਗਰੁੱਪ ਹੁੰਦੇ ਆ। ਬੈਕਟੀਰੀਆ, ਫੰਗੀ, ਪ੍ਰੋਟੋਜ਼ੋਆ, ਐਲਗੀ। ਹੁਣ ਕੁਛ ਤਾਂ ਡਿਜ਼ੀਜ਼ ਵਾਇਰਸ ਤੋਂ ਹੁੰਦੀਆਂ, ਕੁਛ ਪ੍ਰੋਟੋਜ਼ੋਆ ਤੋਂ ਹੁੰਦੀਆਂ, ਕੁਛ ਬੈਕਟੀਰੀਆ ਤੋਂ ਹੁੰਦੀਆਂ। ਤੁਸੀਂ ਇਹ ਦੇਖਣਾ ਵੀ ਕਿਹੜੀਆਂ ਬੈਕਟੀਰੀਆ ਤੋਂ ਹੁੰਦੀਆਂ, ਕਿਹੜੀਆਂ ਪ੍ਰੋਟੋਜ਼ੋਆ ਤੋਂ ਹੁੰਦੀਆਂ। ਨਾਮ ਯਾਦ ਰੱਖ ਲੈਣੇ। ਹੁਣ ਇਹਦੇ ਵਿੱਚ ਇਹਨਾਂ ਨੇ ਕਿਹਨਾਂ ਦਾ ਦੱਸਿਆ ਹੋਇਆ? ਡਿਸੈਂਟਰੀ, ਮਲੇਰੀਆ, ਪ੍ਰੋਟੋਜ਼ੋਆ ਤੋਂ ਹੁੰਦੀਆਂ ਨੇ। ਟਾਈਫਾਈਡ ਅਤੇ ਟਿਊਬਰਕਲੋਸਿਸ। ਟਾਈਫਾਈਡ ਅਤੇ TB ਜਿਹੜਾ ਆ ਉਹ ਕਿਹਦੇ ਤੋਂ ਹੁੰਦਾ? ਬੈਕਟੀਰੀਆ ਤੋਂ ਹੁੰਦਾ। ਕਲੀਅਰ ਹੈ। ਹੁਣ ਅਗਲੀ ਇਹਦੇ ਵਿੱਚ ਇਹਨਾਂ ਨੇ ਡਾਇਗਰਾਮ ਦਿੱਤੀ ਹੋਈ ਹੈ। ਉੱਪਰ ਵਾਲੀ ਸਭ ਤੋਂ ਜਿਹੜੀ ਪਹਿਲੀ ਡਾਇਗਰਾਮ ਹੈ ਇਹ ਵਾਲੀ, ਇਹ ਬੈਕਟੀਰੀਆ ਦੀ ਦਿੱਤੀ ਹੈ। ਦੋਨੋਂ ਡਾਇਗਰਾਮ ਕੀ ਹੈ? ਬੈਕਟੀਰੀਆ ਦੀਆਂ ਨੇ। ਬੈਕਟੀਰੀਆ ਦਿਖਾਏ ਹੋਏ ਆ। ਉਸ ਤੋਂ ਬਾਅਦ ਨੀਚੇ ਜਦੋਂ ਜਾਂਦੇ ਆ, ਆਹ ਐਲਗੀ ਦੀ ਡਾਇਗਰਾਮ ਦਿਖਾਈ ਹੋਈ ਆ। ਐਲਗੀ ਮਤਲਬ ਕਾਈ। ਜਦੋਂ ਪਾਣੀ ਖੜ੍ਹ ਜਾਂਦਾ ਉਹਦੇ 'ਤੇ ਗ੍ਰੀਨ ਕਲਰ ਦੀ ਕਾਈ ਜੰਮ ਜਾਂਦੀ ਆ, ਉਹਨੂੰ ਅਸੀਂ ਐਲਗੀ ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ਇਹਨਾਂ ਨੇ 2 ਦੀ ਦਿੱਤੀ ਹੈ, ਇੱਕ ਕਲੈਮਾਈਡੋਮੋਨਾਸ, ਦੂਸਰੀ ਹੈ ਸਪਾਇਰੋਗਾਇਰਾ। ਇਸ ਤੋਂ ਬਾਅਦ ਪ੍ਰੋਟੋਜ਼ੋਆ ਦਿਖਾਏ ਹੋਏ ਆ। ਪ੍ਰੋਟੋਜ਼ੋਆ, ਅਮੀਬਾ, ਪੈਰਾਮੀਸ਼ੀਅਮ, ਇਹ ਪ੍ਰੋਟੋਜ਼ੋਆ ਦੇ ਵਿੱਚ ਆਉਂਦੇ ਆ। ਫਿਰ ਫੰਗੀ ਦੀ ਦਿੱਤੀ ਹੈ। ਫੰਗੀ ਜਿਹੜੀ ਬ੍ਰੈਡ 'ਤੇ ਉੱਲੀ ਵਗੈਰਾ ਲੱਗ ਜਾਂਦੀ, ਰੋਟੀਆਂ ਨੂੰ ਉੱਲੀ ਲੱਗ ਜਾਂਦੀ ਹੈ, ਚਾਰ ਨੂੰ ਉੱਲੀ ਕੋਈ ਚੀਜ਼ ਪਈ ਹੋਵੇ, ਆਪਣਾ ਫੂਡ ਪਿਆ ਹੋਵੇ, ਉਹ ਖ਼ਰਾਬ ਹੋ ਜਾਂਦਾ ਉੱਲੀ ਕਰਕੇ, ਮਾਈਕਰੋ ਆਰਗੈਨਿਜ਼ਮ ਕਰਕੇ। ਤਾਂ ਉਹ ਜਿਹੜਾ ਦਿਖਦਾ ਹੁੰਦਾ ਹੈ ਸਾਨੂੰ ਸਟਰਕਚਰ, ਜਿਹੜੀ ਬ੍ਰੈਡ ਨੂੰ ਲੱਗਦੀ ਹੈ ਉਹ ਬ੍ਰੈਡ ਮੋਲਡ ਕਹਿ ਦਿੰਦੇ ਆ। ਆਹ ਪੈਨੀਸੀਲੀਅਮ ਦਿਖਾਈ ਹੈ, ਐਸਪਰਜੀਲਸ ਦਿਖਾਈ ਹੈ। ਇਹ ਵਾਲੀਆਂ ਜਿਹੜੀਆਂ ਚਾਰ ਨੂੰ ਉੱਲੀ ਲੱਗਦੀ ਆ ਉਹ ਐਸਪਰਜੀਲਸ ਹੁੰਦੀ ਹੈ। ਕਲੀਅਰ।
ਇਹ ਡਾਇਗਰਾਮ ਤੁਸੀਂ ਦੇਖ ਲੈਣੀ ਹੈ, ਕਾਪੀ ਆਪਣੀਆਂ ਕਾਪੀਜ਼ 'ਤੇ ਬਣਾਉਣੀਆਂ ਵੀ ਹੈ। ਇਸ ਤੋਂ ਬਾਅਦ ਵਾਇਰਸ ਦੀ ਡਾਇਗਰਾਮ ਦਿਖਾਈ ਹੈ ਇਹਨਾਂ ਨੇ। ਵਾਇਰਸਿਸ ਦਿਖਾਈ ਹੈ, ਆਹ ਵਾਇਰਸ ਦੀ ਸਟਰਕਚਰ ਹੈ ਪੂਰੀ, ਆ ਸਾਰਾ ਵਾਇਰਸ ਦੀ ਸਟਰਕਚਰ ਦਿਖਾਈ ਹੋਈ ਹੈ। ਕਲੀਅਰ। ਉਸ ਤੋਂ ਬਾਅਦ ਥੋੜ੍ਹਾ ਜਿਹਾ ਇਹ ਵੀ ਕਰ ਲੈਂਦੇ ਹਾਂ ਕਿ ਵੇਅਰ ਡੂ ਮਾਈਕਰੋ ਆਰਗੈਨਿਜ਼ਮਸ ਲਿਵ। ਮਾਈਕਰੋ ਆਰਗੈਨਿਜ਼ਮ ਕਿੱਥੇ ਰਹਿੰਦੇ ਨੇ? ਮਾਈਕਰੋ ਆਰਗੈਨਿਜ਼ਮ ਮੇ ਬੀ ਸਿੰਗਲ ਸੈੱਲ, ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਇਹਨਾਂ ਨੇ ਕਿਹਾ ਕਿ ਮੇ ਬੀ ਸਿੰਗਲ ਸੈੱਲ ਹੋ ਸਕਦੇ ਨੇ। ਸਿੰਗਲ ਸੈੱਲ ਮਤਲਬ ਇੱਕੋ ਸੈੱਲ ਦੇ ਮਿਲ ਕੇ ਬਣੇ ਹੋ ਸਕਦੇ ਆ, ਜਿਵੇਂ ਬੈਕਟੀਰੀਆ ਹੋ ਗਿਆ, ਸਮ ਐਲਗੀ ਹੋ ਗਿਆ ਐਂਡ ਪ੍ਰੋਟੋਜ਼ੋਆ ਹੋ ਗਿਆ। ਐਗਜ਼ਾਮਪਲ ਦਿੱਤੇ ਵੀ ਕੁਛ ਮਾਈਕਰੋ ਆਰਗੈਨਿਜ਼ਮ ਤਾਂ ਸਿਰਫ ਇੱਕ ਸੈੱਲ ਦੇ ਹੀ ਬਣੇ ਹੁੰਦੇ ਆ, ਜਿੰਨੀਆਂ ਵੀ ਉਹਨਾਂ ਦੀਆਂ ਕਿਰਿਆਵਾਂ ਹੁੰਦੀਆਂ ਕਰਨ ਦੀਆਂ, ਖਾਣਾ ਹੋਵੇ, ਉਹਨਾਂ ਨੇ ਰਿਸਪਾਇਰ ਕਰਨਾ, ਭੋਜਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣਾ, ਉਹ ਸਾਰਾ ਬੋਡੀ ਦੇ ਵਿੱਚ ਇੱਕੋ ਸੈੱਲ ਹੀ ਪਰਫੋਰਮ ਕਰਦਾ। ਉਹਦੀਆਂ ਕੁਛ ਐਗਜ਼ਾਮਪਲ ਦਿੱਤੀਆਂ ਵੀ ਮੋਸਟਲੀ ਬੈਕਟੀਰੀਆ ਜਿਹੜੇ ਹੋਣਗੇ ਉਹ ਸਿੰਗਲ ਸੈੱਲਡ ਹੁੰਦੇ ਨੇ, ਕੁਛ ਐਲਗੀ, ਕੁਛ ਪ੍ਰੋਟੋਜ਼ੋਆ। ਫਿਰ ਕੁਛ ਮਲਟੀ ਸੈਲੂਲਰ ਹੁੰਦੇ ਮਾਈਕਰੋ ਆਰਗੈਨਿਜ਼ਮਸ, ਜਿਵੇਂ ਕਿ ਕਾਫੀ ਸਾਰੀਆਂ ਐਲਗੀ ਹੋ ਗਈਆਂ, ਫੰਗੀ ਹੋ ਗਈਆਂ, ਇਹ ਮਲਟੀ ਸੈਲੂਲਰ ਹੁੰਦੀਆਂ, ਜਿਵੇਂ ਤੁਹਾਨੂੰ ਪਤਾ ਹੀ ਹੈ। ਦੇ ਲਿਵ ਇਨ ਆਲ ਟਾਈਪ ਆਫ ਇਨਵਾਇਰਮੈਂਟ। ਹੁਣ ਇਹਨਾਂ ਨੇ ਕਿਹਾ ਕਿ ਜਿਹੜੇ ਮਾਈਕਰੋ ਆਰਗੈਨਿਜ਼ਮ ਹਰ ਤਰ੍ਹਾਂ ਦੇ ਇਨਵਾਇਰਮੈਂਟ 'ਚ ਪਾਏ ਜਾਂਦੇ, ਚਾਹੇ ਬਹੁਤ ਜ਼ਿਆਦਾ ਗਰਮੀ ਹੋਵੇ, ਚਾਹੇ ਬਹੁਤ ਜ਼ਿਆਦਾ ਸਰਦੀ ਹੋਵੇ, ਹਰ ਤਰ੍ਹਾਂ ਦੇ ਇਨਵਾਇਰਮੈਂਟ 'ਚ ਪਾਏ ਜਾਂਦੇ। ਇਹ ਜਵਾਲਾਮੁਖੀ ਵਾਲੇ ਏਰੀਆ ਦੇ ਵਿੱਚ ਵੀ ਪਾਏ ਜਾਂਦੇ, ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ। ਰੇਗਿਸਤਾਨ ਵਾਲੇ ਏਰੀਏ 'ਚ ਵੀ ਪਾਏ ਜਾਂਦੇ ਆ, ਬਰਫੀਲੇ ਇਲਾਕਿਆਂ 'ਤੇ ਵੀ ਪਾਏ ਜਾਂਦੇ, ਸਮੁੰਦਰ ਦੇ ਨੀਚੇ ਵੀ ਪਾਏ ਜਾਂਦੇ ਆ। ਹਰ ਜਗ੍ਹਾ 'ਤੇ ਦੇਖੇ ਗਏ ਇਹ। ranging from ice cold climate to hot spring, desert to marshy land। ਡੈਜ਼ਰਟ में तो जिथे पानी की कमी होंगी है, मार्शी में तो जिथे पानी ज़्यादा होंगे। दे आर ऑल्सो फाइंड इनसाइड दी बॉडी ऑफ एनीमल। एनीमल की बॉडी के अंदर भी पाए जाते हैं, जिवें ह्यूमन बींग्स के अंदर। सम माइक्रो ऑर्गेनिज्म ग्रो ऑन अदर ऑर्गेनिज्म। कुछ माइक्रो ऑर्गेनिज्म किसी होर ऑर्गेनिज्म के उत्ते भी ग्रो कर सकते हैं। क्लीयर है, मतलब हर जगह पर पाए जाते माइक्रो ऑर्गेनिज्म। इस तो बाद हम माइक्रो ऑर्गेनिज्म एंड अस नैक्सट वीडियो डिस्कस करेंगे।